ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਘੁੰਤਰੀ ਲਾਈਵ ਲੈ ਕੇ। ਦੋਸਤੋ ਅੱਜ ਜਿਵੇਂ ਤੁਹਾਨੂੰ ਯਾਦ ਹੀ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ MP ਦੇ ਮੱਧ ਪ੍ਰਦੇਸ਼ ਦੇ ਰਾਏਸੇਨ ਤੋਂ ਇੱਕ ਰੈਲੀ ਹੈ ਜਿਹੜੀ ਜਿਹਨੂੰ ਅਸੀਂ ਕਿਹਾ ਜਾਂਦਾ ਵੀ ਇਹ ਕਿਸਾਨ ਮਹਾਸੰਮੇਲਨ ਜਿਹੜਾ ਕਿ ਖੇਤੀ ਕਾਨੂੰਨਾਂ ਨੂੰ ਸਮਝਾਉਣ ਵਾਸਤੇ ਕੀਤਾ ਗਿਆ। ਇਸ ਕਿਸਾਨ ਮਹਾਸੰਮੇਲਨ ਨੂੰ ਸੰਬੋਧਨ ਕੀਤਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਉਹਨਾਂ ਨੇ ਕਈ ਗੱਲਾਂ ਇਸ ਸਮਾਗਮ ਦੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਈਆਂ ਨੇ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਜਿਹੜੀ ਕੀਤੀ ਹੈ। ਹਾਲਾਂਕਿ ਉਹਦੇ ਵਿੱਚ ਸਿੱਧਾ ਸੰਵਾਦ ਤਾਂ ਨਹੀਂ ਹੈ ਅਤੇ ਪਰ ਉਹਨਾਂ ਦੇ ਪੇਜ ਦੇ ਉੱਪਰ ਵੀ ਪਾਈ ਗਈ ਹੈਗੀ। ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ ਕੀਤੀਆਂ। ਜਿਹੜਾ ਪੂਰੇ ਦਾ ਪੂਰਾ ਸੰਬੋਧਨ ਹੈ ਉਹ ਇਸ ਵੇਲੇ ਵੱਖ-ਵੱਖ ਚੈਨਲਾਂ ਦੇ ਉੱਪਰ ਵੀ ਚੱਲ ਰਿਹਾ। ਉਹਨਾਂ ਦਾ ਲਾਈਵ ਪ੍ਰਸਾਰਣ ਵੀ ਹੋਇਆ ਗਾ। ਹੁਣ ਵੀ ਉਹਦੇ ਉੱਪਰ ਜਿਹੜੀ ਚਰਚਾ ਗਈ ਵੱਖ-ਵੱਖ ਚੈਨਲਾਂ ਦੇ ਉੱਪਰ ਚੱਲ ਰਹੀ ਹੈ। ਸੋ ਅੱਜ ਕਾਫੀ ਕੁਝ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਜਿਹੜਾ ਖੇਤੀ ਅੰਦੋਲਨ ਚੱਲ ਰਿਹਾ ਹੈਗਾ ਇਹ ਵਿਰੋਧੀ ਪਾਰਟੀਆਂ ਦੀ ਵੱਲੋਂ ਕਿਸਾਨਾਂ ਨੂੰ ਭੜਕਾਇਆ ਗਿਆ ਗਲਤ ਜਾਣਕਾਰੀ ਹੈ ਜਿਹੜੀ ਇਹਨਾਂ ਕਾਨੂੰਨਾਂ ਬਾਰੇ ਦਿੱਤੀ ਗਈ ਆ। ਉਸੇ ਕਾਰਨ ਹੀ ਕਿਸਾਨ ਇਸ ਜਿਹੜਾ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਅਤੇ ਵੱਡੀ ਪੱਧਰ ਦੇ ਉੱਪਰ ਅੰਦੋਲਨ ਚਲਾ ਰਹੇ ਨੇਗੇ। ਪ੍ਰਧਾਨ ਮੰਤਰੀ ਦੀਆਂ ਇਹਨਾਂ ਗੱਲਾਂ ਦੇ ਵਿੱਚ ਇਹ ਵੀ ਅੱਜ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਆਪਣੇ ਖੇਤੀ ਕਾਨੂੰਨਾਂ ਨੂੰ ਉਹਨਾਂ ਨੂੰ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚ ਦੱਸਿਆ ਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਸੰਘਰਸ਼ ਹੈ ਉਹ ਕਹਿ ਰਹੇ ਨੇ ਵੀ ਜਾਂ ਤਾਂ ਕਾਨੂੰਨ ਰੱਦ ਕੀਤੇ ਜਾਣ ਪੂਰਨ ਤੌਰ 'ਤੇ ਯੈਸ ਜਾਂ ਨੋ ਵਾਲੀ ਸਥਿਤੀ ਦੇ ਵਿੱਚ ਮਤਲਬ ਅੰਦੋਲਨ ਪਹੁੰਚ ਚੁੱਕਿਆ ਗਾ। ਅਤੇ ਪ੍ਰਧਾਨ ਮੰਤਰੀ ਦਾ ਜਿਹੜਾ ਅੱਜ ਦਾ ਭਾਸ਼ਣ ਹੈ ਉਹ ਇੱਕ ਤਰ੍ਹਾਂ ਨਾਲ ਇਹ ਦੱਸ ਰਿਹਾ ਹੈ ਵੀ ਉਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਕਿੰਨੇ ਵਜਿੱਦ ਨੇ, ਕਿੰਨੇ ਇਹਨਾਂ ਕਾਨੂੰਨਾਂ ਨੂੰ ਮਤਲਬ ਕਿਸਾਨਾਂ ਦੇ ਉੱਪਰ ਜਿਹੜਾ ਹੈ ਥੋਪਣ ਵਾਲੀ ਗੱਲ ਹੀ ਕਹਿ ਸਕਦੇ ਆਪਾਂ, ਥੋਪਣਾ ਚਾਹੁੰਦੇ ਨੇਗੇ। ਕਿਉਂਕਿ ਉਹਨਾਂ ਨੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਕਿਹਾ ਵੀ ਇਹਨਾਂ ਕਾਨੂੰਨਾਂ ਬਾਰੇ ਰਾਜਾਂ ਦੀਆਂ ਸਰਕਾਰਾਂ ਵੀ ਕਿਸਾਨਾਂ ਨੂੰ ਸਰਲ ਭਾਸ਼ਾ ਦੇ ਵਿੱਚ ਪੈਫਲੇਟ ਬਣਾ ਕੇ ਵੰਡਣ ਅਤੇ ਕਾਨੂੰਨਾਂ ਬਾਰੇ ਸਮਝਾਉਣ ਵੀ ਇਹ ਕਾਨੂੰਨ ਕਿਵੇਂ ਕਿਸਾਨਾਂ ਦੇ ਫਾਇਦੇ 'ਚ ਨੇਗੇ। ਅੱਜ ਜਿਹੜਾ ਇਹ MSP ਦੇ ਬਾਰੇ ਉਹਨਾਂ ਨੇ ਜਿਹੜਾ ਗੱਲ ਕੀਤੀ ਹੈ ਵੀ MSP ਹੈ ਜਿਹੜੀ ਉਹ ਜਾਰੀ ਰਹੂਗੀ ਅਤੇ ਖੇਤੀ ਮੰਡੀਆਂ ਜਿਹੜੀਆਂ ਉਹ ਵੀ ਅਨਾਜ ਮੰਡੀਆਂ ਨੇ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਹੀ ਚਾਲੂ ਰਹਿਣਗੀਆਂ। ਨਾ ਕੋਈ MSP ਬੰਦ ਕੀਤੀ ਜਾਊਗੀ ਅਤੇ ਨਾ ਮੰਡੀਆਂ ਬੰਦ ਕੀਤੀਆਂ ਜਾਣਗੀਆਂ। ਇਹ ਗੱਲ ਬੜੀ ਜ਼ੋਰ ਸ਼ੋਰ ਨਾਲ ਕੀਤੀ ਆ। ਇਹ ਗੱਲ ਕਰਦੇ ਹੋਏ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਮੰਡੀਆਂ ਜਿਹੜਾ ਕਾਨੂੰਨ ਬਣਨ ਤੋਂ ਬਾਅਦ ਵੀ ਇਹਨਾਂ ਮੰਡੀਆਂ ਦੇ ਵਿੱਚੋਂ ਖਰੀਦ ਹੋਈ ਹੈ ਔਰ ਪਿਛਲੇ 6 ਮਹੀਨੇ ਤੋਂ ਖਰੀਦ ਹੈ ਜਿਹੜੀ ਹੋ ਰਹੀ ਹੈਗੀ। ਸੋ ਆਓ ਸੁਣਦੇ ਹਾਂ ਪਹਿਲਾਂ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਇਹਨਾਂ ਕਾਨੂੰਨਾਂ ਬਾਰੇ ਵੀ ਇਹਨਾਂ ਦੇ ਉੱਪਰ ਕਿਸ ਤਰ੍ਹਾਂ ਜਿਹੜੀ ਕਾਨੂੰਨ ਬਣਨ ਤੋਂ ਬਾਅਦ ਵੀ ਖਰੀਦ ਹੈ ਜਿਹੜੀ ਉਹ ਜਾਰੀ ਹੈ। हमारी सरकार MSP को लेकर इतनी गंभीर है कि हर बार बुवाई से पहले MSP की घोषणा करती है। इससे किसान को भी आसानी होती है, उन्हें भी पहले पता चल जाता है कि इस फसल पर इतनी MSP मिलने वाली है। वो कुछ बदलाव करना चाहता है तो उसे सुविधा होती है। साथियों, 6 महीने से ज्यादा का समय हो गया जब ये कानून लागू किए गए। ये कानून तो लागू हो चुके थे, 6 महीने पहले हो चुके थे। कानून बनने के बाद भी वैसे ही MSP की घोषणा की गई जैसे पहले की जाती थी। कोरोना महामारी से लड़ाई के दौरान भी ये काम पहले की तरह किया गया। MSP पर खरीदी भी उन्हीं मंडियों में हुई जिनमें कानून बनने से पहले होती थी, कानून बनने के बाद भी वही हुई। अगर कानून लागू होने के बाद भी MSP की घोषणा हुई, MSP पर सरकारी खरीदी हुई, उन्हीं मंडियों में हुई, तो क्या कोई समझदार इस बात को स्वीकार करेगा कि MSP बंद हो जाएगी? और इसलिए मैं कहता हूं इससे बड़ा कोई झूठ नहीं हो सकता।
ਸੋ ਦੋਸਤੋ, ਦੇਖਿਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਇਹ ਜਿਹੜੇ ਕਾਨੂੰਨ ਬਣਨ ਤੋਂ ਬਾਅਦ ਵੀ ਜਿਹੜੀ MSP ਜਾਰੀ ਹੈਗੀ, ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ, ਕਿਸਾਨ ਗੁੰਮਰਾਹ ਹੋ ਚੁੱਕੇ ਨੇ। ਪਰ ਕਮਾਲ ਦੀ ਗੱਲ ਆ, ਦੇਖੋ ਇਸ ਆਪਣੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਇਹ ਕਾਨੂੰਨ ਬਣੇ ਨੂੰ 6 ਮਹੀਨੇ ਹੋ ਚੁੱਕੇ ਆ ਲਾਗੂ ਹੋਇਆਂ ਨੂੰ। ਕਾਨੂੰਨ ਲਾਗੂ ਹੋਇਆਂ ਨੂੰ 6 ਮਹੀਨੇ ਹੋ ਚੁੱਕੇ ਆ, ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਕਾਨੂੰਨ ਦਾ ਜਿਹੜਾ ਰੌਲਾ ਪੈਂਦੇ ਨੂੰ ਵੀ ਕਿਸ ਤਰ੍ਹਾਂ ਪੈਂਦਾ। ਤੇ 27 ਸਤੰਬਰ 2020 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਇਹਨਾਂ ਕਾਨੂੰਨਾਂ ਦੇ ਉੱਪਰ ਦਸਤਖਤ ਕੀਤੇ ਸੀ। ਜਦੋਂ ਇਹਨਾਂ ਕਾਨੂੰਨਾਂ ਦੇ ਉੱਪਰ ਮੋਹਰ ਲਾਈ ਸੀ, ਉਸ ਤੋਂ ਬਾਅਦ ਇਹ ਕਾਨੂੰਨ ਲਾਗੂ ਹੁੰਦੇ ਆ, ਕਿਉਂਕਿ ਕੋਈ ਵੀ ਕਾਨੂੰਨ ਆ ਉਹ ਰਾਸ਼ਟਰਪਤੀ ਦੀ ਮੋਹਰ ਤੋਂ ਬਿਨਾਂ ਲਾਗੂ ਨਹੀਂ ਹੋ ਸਕਦਾ। ਸੋ ਇਹ ਪਹਿਲਾਂ ਜਿਸ ਤਰ੍ਹਾਂ ਆਰਡੀਨੈਂਸ ਲਿਆਂਦੇ ਗਏ, ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ, ਫਿਰ ਰਾਜ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਆਪਣਾ ਰਾਸ਼ਟਰਪਤੀ ਸਾਹਿਬ ਕੋਲੇ ਭੇਜੇ ਜਾਂਦੇ ਆ ਕੋਈ ਵੀ ਕਾਨੂੰਨ ਆ, ਤੇ ਰਾਸ਼ਟਰਪਤੀ ਵੱਲੋਂ ਜਦੋਂ ਉਹਦੇ ਉੱਪਰ ਮੋਹਰ ਲਾ ਦਿੱਤੀ ਜਾਂਦੀ ਆ, ਉਦੋਂ ਬਾਅਦ ਇਹ ਕਾਨੂੰਨ ਬਣਦਾ। ਹੁਣ ਦੋਸਤੋ, ਕਮਾਲ ਦੀ ਗੱਲ ਇਹ ਹੈ ਵੀ ਗੁੰਮਰਾਹ ਕੌਣ ਕਰ ਰਿਹਾ। ਦੇਖੋ, 27 ਸਤੰਬਰ 2020 ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਇਹਦੇ ਉੱਪਰ ਮੋਹਰ ਲਾਈ ਗਈ ਆਪਣੀ, ਤੇ ਇਹ ਕਾਨੂੰਨ ਬਣਦੇ ਆ। ਪਰ ਪ੍ਰਧਾਨ ਮੰਤਰੀ ਇੱਥੇ ਇਸ ਭਾਸ਼ਣ ਦੇ ਵਿੱਚ ਕਹਿ ਰਿਹਾ ਵੀ 6 ਮਹੀਨੇ ਹੋ ਚੁੱਕੇ ਆ ਇਹ ਕਾਨੂੰਨ ਲਾਗੂ ਹੋਇਆਂ ਨੂੰ। 6 ਮਹੀਨਿਆਂ ਤੋਂ ਇਹ ਕਾਨੂੰਨ ਲਗਾਤਾਰ ਜਿਹੜਾ ਬਣਿਆ ਹੋਇਆ ਲਾਗੂ ਹੋ ਚੁੱਕਿਆ। 6 ਮਹੀਨੇ ਪਿਛਲੇ 6 ਮਹੀਨਿਆਂ ਤੋਂ ਇਹ ਲਾਗੂ ਹੈਗਾ, ਜਦੋਂ ਕਿ ਕਾਨੂੰਨ ਬਣਦਾ 27 ਸਤੰਬਰ ਨੂੰ। ਤੇ 27 ਸਤੰਬਰ ਤੋਂ ਜੇ ਆਪਾਂ ਲਾਈਏ ਤਾਂ 27 ਸਤੰਬਰ ਤੋਂ 3 ਮਹੀਨੇ ਵੀ ਪੂਰੇ ਨਹੀਂ ਹੁੰਦੇ ਹੈ, ਉਹ 27 ਆਪਣਾ ਦਸੰਬਰ ਨੂੰ ਜਾ ਕੇ 3 ਮਹੀਨੇ ਪੂਰੇ ਹੋਣਗੇ ਇਹਨਾਂ ਕਾਨੂੰਨਾਂ ਦੇ ਉੱਪਰ ਮੋਹਰ ਲੱਗਿਆ ਨੂੰ। ਹੁਣ ਝੂਠ ਕੌਣ ਬੋਲ ਰਿਹਾ ਹੈਗਾ ਇੱਥੇ? ਚਾਹੇ ਅਸੀਂ ਇਹ ਨਹੀਂ ਕਹਿੰਦੇ ਵੀ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਕੋਈ ਇਸ ਤਰ੍ਹਾਂ ਦਾ ਸਾਰਾ ਕੁਝ ਸੱਚ ਪ੍ਰਚਾਰ ਕਰ ਰਹੀਆਂ ਨੇ, ਪਰ ਖੁਦ ਪ੍ਰਧਾਨ ਮੰਤਰੀ ਕਿੰਨਾ ਝੂਠ ਬੋਲ ਰਹੇ ਆ ਵੀ ਉਹ ਜਿਹੜੇ ਕਾਨੂੰਨਾਂ ਬਣਿਆ ਨੂੰ ਅਜੇ 3 ਮਹੀਨੇ ਪੂਰੇ ਨਹੀਂ ਹੋਏ, ਤੇ ਉਹ ਕਹਿ ਰਹੇ ਆ ਵੀ ਇਹਨਾਂ ਨੂੰ ਲਾਗੂ ਹੋਇਆਂ ਨੂੰ 6 ਮਹੀਨੇ ਹੋ ਚੁੱਕੇ ਹੈਗੇ। ਸੋ ਇੱਕ ਤਾਂ ਇਹ ਦੇਖਣ ਵਾਲੀ ਗੱਲ ਹੈ ਵੀ ਗੁੰਮਰਾਹ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਕਰ ਰਹੇ ਨੇ, ਜਾਂ ਕੋਈ ਹੋਰ ਕਰ ਰਿਹਾ, ਜਾਂ ਸੱਚਮੁੱਚ ਹੀ ਕਿਸਾਨ ਇੰਨੇ ਭੋਲੇ ਭਾਲੇ ਆ ਵੀ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਦੇ ਭਾਸ਼ਣ ਦੇ ਵਿੱਚੋਂ ਮਿਲੀਆਂ। ਇਹੀ ਨਹੀਂ, ਇਸ ਤੋਂ ਅੱਗੇ ਹੋਰ ਵੀ ਬਹੁਤ ਸਾਰਾ ਮਤਲਬ ਅਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਭਾਸ਼ਣ ਦੇ ਵਿੱਚ, ਜਿਹਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਗੱਲਾਂ, ਹੁਣ ਖੇਤੀ ਐਗਰੀਮੈਂਟ ਦੀ ਜਦੋਂ ਗੱਲ ਕਰਦੇ ਹੈਗੇ, ਇਹਦੇ ਨਾਲ ਕਿਸਾਨੀ ਕਰਜ਼ੇ ਦੀ ਗੱਲ ਕਰਦੇ ਆ ਉਹ, ਇਹ ਸਾਰੀਆਂ ਗੱਲਾਂ ਅੱਜ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀਆਂ ਨੇਗੀਆਂ। ਤੇ ਕਿਸਾਨੀ ਕਰਜ਼ੇ ਦੇ ਉੱਪਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਰਾਜਸੀ ਪਾਰਟੀਆਂ ਨੇ, ਖਾਸ ਕਰਕੇ ਕਾਂਗਰਸ ਜਾਂ ਪਿਛਲੀ ਸਰਕਾਰ ਬਾਰੇ ਗੱਲ ਕਰਦੇ ਨੇ ਉਹ, ਤਾਂ ਉਹਦੇ ਬਾਰੇ ਉਹ ਗੱਲ ਕਰਦੇ ਕਹਿੰਦੇ ਨੇ ਵੀ ਇਹ ਸਾਰਿਆਂ ਨੇ ਕਰਜ਼ਾ ਮਾਫੀ ਦੇ ਵੱਡੇ ਵੱਡੇ ਵਾਅਦੇ ਆ ਜਿਹੜੇ ਕੀਤੇ ਆ ਸਰਕਾਰਾਂ ਨੇ, ਕਰਜ਼ਾ ਕਿਤੇ ਨਹੀਂ ਮਾਫ ਹੋਇਆ। ਮੱਧ ਪ੍ਰਦੇਸ਼ ਦੇ ਲੋਕਾਂ ਨਾਲ ਵੀ ਕਰਜ਼ਾ ਮਾਫੀ ਕੀਤੀ ਗਈ, ਰਾਜਸਥਾਨ ਦੇ ਵਿੱਚ ਵੀ ਕਾਂਗਰਸ ਦਾ ਜ਼ਿਕਰ ਕਰਦੇ ਹੋਏ ਕਹਿ ਰਹੇ ਨੇ ਵੀ ਇਹਨਾਂ ਵੱਲੋਂ ਜਿਹੜੀ ਕਰਜ਼ਾ ਮਾਫੀ ਦੇ ਵਾਅਦੇ ਆ ਉਹ ਕਿਸਾਨਾਂ ਨਾਲ ਕੀਤੇ ਗਏ ਹੈਗੇ, ਪਰ ਇਹਨਾਂ ਵੱਲੋਂ ਜਿਹੜੀ ਕਰਜ਼ਾ ਮਾਫੀ ਹੈ ਉਹ ਕਿਤੇ ਨਹੀਂ ਕੀਤੀ ਨਹੀਂ ਗਈ ਹੈ, ਆਪਣੇ ਰਾਜ ਨਾਲ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ। ਸੋ ਦੋਸਤੋ, ਤੁਹਾਡੇ ਯਾਦ ਹੋਊਗਾ ਇੱਕ ਕਲਿੱਪ ਹੈ ਜਿਹੜੀ, ਪਹਿਲਾਂ ਤੁਹਾਨੂੰ ਉਹ ਸੁਣਾਉਣਾ ਵੀ ਪ੍ਰਧਾਨ ਮੰਤਰੀ ਸਾਹਿਬ ਕਰਜ਼ਾ ਮਾਫੀ ਬਾਰੇ ਕੀ ਕਹਿ ਰਹੇ ਨੇ। साथियों, हमारे देश में किसानों के साथ धोखाधड़ी का एक बहुत ही बड़ा उदाहरण है कांग्रेस सरकारों के द्वारा की गई कर्ज माफी। जब 2 साल पहले मध्य प्रदेश में चुनाव होने वाले थे, तो कर्ज माफी का वायदा किया गया था। कहा गया था कि सरकार बनने के 10 दिन के भीतर सारे किसानों का कर्ज माफ कर दिया जाएगा। कितने किसानों का कर्ज माफ हुआ? सरकार बनने के बाद क्या क्या बहाने बताए गए, ये मध्य प्रदेश के किसान मुझसे भी ज्यादा अच्छी तरह जानते हैं। राजस्थान के लाखों किसान भी आज तक कर्ज माफी का इंतजार कर रहे हैं। किसानों को इतना बड़ा धोखा देने वालों को जब मैं किसान हित की बात करते देखता हूं, तो मुझे बड़ा आश्चर्य होता है। ये कैसे लोग हैं? क्या राजनीति इस हद तक जाती है? क्या कोई इस हद तक छल कपट कैसे कर सकता है? और वो भी भोले भाले किसानों के नाम पर। किसानों को और कितना धोखा देंगे ये लोग। साथियों, हर चुनाव से पहले ये लोग कर्ज माफी की बात करते हैं,
और कर्ज माफी कितनी होती है? सारे किसान इससे कवर होते हैं क्या? जो छोटा किसान कभी बैंक का दरवाजा नहीं देखा है, जिसने कभी कर्ज नहीं लिया, उसके बारे में क्या कभी एक बार भी सोचा है इन लोगों ने? और नया पुराना हर अनुभव ये बताता है कि जितनी ये घोषणा करते हैं उतनी कर्ज माफी कभी नहीं करते। जितने पैसे ये भेजने की बात कर रहे हैं उतने पैसे किसानों तक कभी पहुंचते ही नहीं है। किसान सोचता था कि अब तो पूरा कर्ज माफ होगा और बदले में उसे मिलता था बैंकों का नोटिस और गिरफ्तारी का वारंट। और इस कर्ज माफी का सबसे बड़ा लाभ किसे मिलता था? इन लोगों के करीबियों को, नाते रिश्तेदारों को। अगर मेरे मीडिया के मित्र अगर थोड़ा खंगालेंगे तो ये सब 8-10 साल पहले की रिपोर्ट में उन्हें पूरी तरह कच्चा चिट्ठा मिल जाएगा। ਸੋ ਦੋਸਤੋ ਇਹ ਤੁਸੀਂ ਸੁਣਿਆ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਕਿਹਾ ਵੀ ਕਾਂਗਰਸ ਨੇ ਜਿਹੜਾ ਕਰਜ਼ਾ ਮਾਫੀ ਦੇ ਨਾਂ ਦੇ ਉੱਪਰ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕੀਤਾ ਗਾ। ਕਰਜ਼ਾ ਮਾਫੀ ਦੀਆਂ ਜਿਹੜੀਆਂ ਝੂਠੇ ਵਾਅਦੇ ਆ ਕਿਸਾਨਾਂ ਨਾਲ ਕੀਤੇ ਆ, ਭੋਲੇ ਭਾਲੇ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਨਾਂ ਦੇ ਉੱਪਰ ਸਿਰਫ ਵੋਟਾਂ ਬਟੋਰੀਆਂ ਨੇ। ਪਰ ਦੋਸਤੋ ਇੱਕ ਕਲਿੱਪ ਤੁਹਾਨੂੰ ਹੋਰ ਦਿਖਾਉਂਦੇ ਆ ਜਿਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ 13 ਫਰਵਰੀ 2017 ਨੂੰ ਜਿਹੜਾ ਲਖਮੀਪੁਰ ਯੂਪੀ ਦੇ ਵਿੱਚ ਆ ਉੱਥੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹੈਗੇ। ਉੱਥੇ ਪ੍ਰਧਾਨ ਮੰਤਰੀ ਸਾਹਿਬ ਕਰਜ਼ਾ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਵਾਅਦਾ ਕਿਸ ਤਰ੍ਹਾਂ ਕਰ ਰਹੇ ਨੇ, ਆਓ ਸੁਣਦੇ ਆ। आपने मुझे उत्तर प्रदेश का सांसद भी बनाया है, तो उत्तर प्रदेश के सांसद के नाते लखीमपुर के और उत्तर प्रदेश के मेरे किसान भाइयों को मैं वादा करता हूं कि भारतीय जनता पार्टी की सरकार बनने के बाद पहली ही मीटिंग में पहला ही काम किसानों की कर्ज माफी का कर दिया जाएगा। और मैं खुद इस काम को करवा के रहूंगा, ये मेरी जिम्मेवारी मान लीजिए। ਇਸ ਤੋਂ ਇਲਾਵਾ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਕਰਜ਼ਾ ਮਾਫੀ ਬਾਰੇ ਜਿਹੜੀ ਤੁਸੀਂ ਗੱਲ ਸੁਣੀ ਹੈ। ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਆਂਗੇ ਤਾਂ ਉਹਦੇ ਵਿੱਚ ਇਸ ਭਾਸ਼ਣ ਨੂੰ ਦੇਖਦੇ ਹਾਂ ਤਾਂ ਇੱਕ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ MSP ਦੇ ਵਾਧੇ ਦਾ ਬਹੁਤ ਜ਼ਿਕਰ ਕੀਤਾ। ਉਹਨਾਂ ਨੇ ਦੱਸਿਆ ਵੀ MSP ਕਿਵੇਂ ਸਾਡੀ ਸਰਕਾਰ ਦੇ ਦੌਰਾਨ ਵਧਾਈ ਗਈ ਹੈਗੀ, ਪਿਛਲੀ ਸਰਕਾਰ ਸਮੇਂ ਕਿੰਨੀ ਸੀ, ਸਾਡੀ ਸਰਕਾਰ ਸਮੇਂ ਕਿੰਨੀ ਸੀ। ਇਹ ਬੜਾ ਜ਼ੋਰ ਦੇ ਕੇ ਅੰਕੜਿਆਂ ਦੇ ਹਿਸਾਬ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦੇ ਵਿੱਚ ਕਾਫੀ ਲੰਮਾ ਚੌੜਾ ਮਤਲਬ ਗੱਲ ਹੈ ਜਿਹੜੀ ਕੀਤੀ ਗਈ ਹੈ। ਸਵਾਮੀਨਾਥਨ ਕਮਿਸ਼ਨ ਦੀ ਵੀ ਗੱਲ ਕੀਤੀ ਗਈ ਹੈ ਔਰ MSP ਦੀ ਗੱਲ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਅਸੀਂ MSP ਦੇ ਵਿੱਚ ਵਾਧਾ ਕੀਤਾ, ਫਸਲਾਂ ਦੇ ਭਾਅ ਦੇ ਵਿੱਚ ਵਾਧਾ ਕੀਤਾ। ਉਹ ਪਿਛਲੀ ਸਰਕਾਰ ਤੇ ਅੱਜ ਦੀ ਸਰਕਾਰ ਦਾ ਜਦੋਂ ਗੱਲ ਕਰਦੇ ਆ ਤਾਂ ਕਮਾਲ ਦੀ ਗੱਲ ਇਹ ਆ ਵੀ 7 ਸਾਲ ਪੁਰਾਣੇ ਜਿਹੜੇ ਰੇਟ ਨੇ ਉਹਨਾਂ ਨੂੰ ਅੱਜ ਦੇ ਨਾਲ ਮਿਲਾ ਕੇ ਦੱਸ ਰਹੇ ਨੇਗੇ। ਪਹਿਲਾਂ ਤਾਂ ਸੁਣਦੇ ਆਪਾਂ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਇਹਦੇ ਉੱਪਰ ਪਿਛਲੀ ਸਰਕਾਰ ਦੇ ਦੌਰਾਨ ਤੇ ਹੁਣ ਦੇ ਜਿਹੜੇ MSP ਦੇ रेट है वो किमें किमें फसलों के बढ़े, आओ पहला वो सुनते हैं। अब मैं आपको जो आंकड़े दे रहा हूं वो दूध का दूध और पानी का पानी कर देंगे। पिछली सरकार के समय गेहूं पर MSP थी 1400 रुपये प्रति क्विंटल। हमारी सरकार प्रति क्विंटल गेहूं पर 1975 रुपये MSP दे रही है। पिछली सरकार के समय धान पर MSP थी 1310 रुपये प्रति क्विंटल। हमारी सरकार प्रति क्विंटल धान पर करीब 1870 रुपये MSP दे रही है। पिछली सरकार में ज्वार पर MSP थी 1520 रुपये प्रति क्विंटल। हमारी सरकार ज्वार पर प्रति क्विंटल 2640 रुपये MSP दे रही है। पिछली सरकार के समय मसूर की दाल पर MSP थी 1950 रुपये।
हमारी सरकार प्रति क्विंटल मसूर दाल पर 5100 रुपये एमएसपी दे रही है। पिछली सरकार के समय चने पर एमएसपी थी 3100 रुपये। हमारी सरकार अब चने पर प्रति क्विंटल 5100 रुपये एमएसपी दे रही है। पिछली सरकार के समय तूर दाल पर एमएसपी थी 4300 रुपये प्रति क्विंटल। हमारी सरकार तूर दाल पर प्रति क्विंटल 6000 रुपये एमएसपी दे रही है। पिछली सरकार के समय मूंग दाल पर एमएसपी थी 4500 रुपये प्रति क्विंटल। हमारी सरकार मूंग दाल पर करीब 7200 रुपये 7200 रुपये एमएसपी दे रही है। साथियों, ये इस बात का सबूत है कि हमारी सरकार एमएसपी समय समय पर बढ़ाने को कितनी तवज्जो देती है, कितनी गंभीरता दे देती है। एमएसपी बढ़ाने के साथ ही सरकार का जोर इस बात पर भी रहा है कि ज्यादा से ज्यादा अनाज की खरीदारी एमएसपी पर की जाए। पिछली सरकार ने अपने 5 साल में किसानों से लगभग 1700 लाख मैट्रिक टन धान खरीदा था। ये आंकड़े याद रखना। हमारी सरकार ने अपने 5 साल में 3000 लाख मैट्रिक टन धान किसानों से एमएसपी में खरीदा, करीब करीब डबल। पिछली सरकार ने अपने 5 साल में करीब 3.25 लाख मैट्रिक टन तिलहन खरीदा था। हमारी सरकार ने अपने 5 साल में 56 लाख मैट्रिक टन से ज्यादा एमएसपी पर खरीदा है। अब सोचिए, कहां 3.25 लाख और कहां 56 लाख। यानी हमारी सरकार ने न सिर्फ एमएसपी में वृद्धि की, बल्कि ज्यादा मात्रा में किसानों से उनकी उपज को एमएसपी पर खरीदा है। इसका सबसे बड़ा लाभ यह हुआ है कि किसानों के खाते में पहले के मुकाबले कहीं ज्यादा पैसा पहुंचा है। पिछली सरकार के 5 साल में किसानों को धान और गेहूं की एमएसपी पर खरीदने के बदले में 3,74,000 करोड़ रुपए मिले थे। हमारी सरकार ने इतने ही साल में गेहूं और धान की खरीद करने किसानों को 8 लाख करोड़ रुपए से ज्यादा दी। ਸੋ ਦੋਸਤੋ, ਦੇਖਿਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ ਆਪਣੀ ਸਰਕਾਰ ਦੇ ਤੇ ਪਿਛਲੀ ਸਰਕਾਰ ਦੇ ਰੇਟਾਂ ਦੀ ਤੁਲਨਾ ਕਰਕੇ ਪੂਰੇ ਅੰਕੜਿਆਂ ਦੇ ਸਮੇਤ ਸਾਨੂੰ ਸਮਝਾਇਆ ਵੀ ਪਿਛਲੀ ਸਰਕਾਰ ਦੇ ਦੌਰਾਨ ਜਿਹੜੇ ਰੇਟ ਕਿੰਨੇ ਸੀ ਤੇ ਸਾਡੀ ਸਰਕਾਰ ਦੇ ਦੌਰਾਨ ਕਿੰਨੇ % ਅਸੀਂ ਰੇਟ ਵਧਾਏ ਨੇਗੇ। ਪਰ ਇੱਥੇ ਵੀ ਇੱਕ ਬੜਾ ਭੰਬਲ ਭੂਸੇ ਵਾਲੀ ਗੱਲ ਹੈ, ਜਿਹੜੀ ਲੋਕ ਗਮਰਾਹ ਕਰਨ ਵਾਲੀ ਲੋਕਾਂ ਨੂੰ ਗੱਲ ਹੈ ਵੀ ਇਹ ਜਿਹੜੇ ਰੇਟ ਨੇ 7 ਸਾਲ ਪੁਰਾਣੇ ਦੱਸੇ ਜਾ ਰਹੇ ਆ, ਕਿਉਂਕਿ ਪਿਛਲੇ 5 ਸਾਲ ਪ੍ਰਧਾਨ ਮੰਤਰੀ ਸਾਹਿਬ ਦੀ ਸਰਕਾਰ ਖੁਦ ਹੀ ਹੋਈ ਰਹੀ ਹੈਗੀ ਤੇ ਹੁਣ ਵੀ ਦੂਸਰਾ ਸਾਲ ਚੱਲ ਪਿਆ। ਸੋ ਇਹ ਦੇਖੋ ਕਮਾਲ ਦੀ ਗੱਲ ਆ ਵੀ 7 ਸਾਲ ਪੁਰਾਣੇ ਰੇਟਾਂ ਨੂੰ ਜਾਂ 8 ਸਾਲ ਪੁਰਾਣੇ ਰੇਟਾਂ ਨੂੰ ਅੱਜ ਦੇ ਨਾਲ ਕਿਸ ਤਰ੍ਹਾਂ ਚਲਾਕੀ ਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ, ਕਿਸ ਤਰ੍ਹਾਂ 8 ਸਾਲ ਪੁਰਾਣੇ ਰੇਟ ਦੱਸੇ ਜਾ ਰਹੇ ਨੇ ਤੇ ਉਹਦੇ ਨਾਲ ਅੱਜ ਦਾ ਜਿਹੜਾ ਮੌਜੂਦਾ ਦੌਰ ਦੇ ਰੇਟ ਨੇ ਉਹ ਦੱਸ ਕੇ ਤੇ 8 ਸਾਲ ਪੁਰਾਣੀ ਤੇ ਅੱਜ ਦੀ ਉਪਜ ਨੂੰ ਮਿਲਾਇਆ ਜਾ ਰਿਹਾ ਹੈਗਾ। ਸੋ ਪ੍ਰਧਾਨ ਮੰਤਰੀ ਸਾਹਿਬ ਸ਼ਾਇਦ ਇਹ ਨਹੀਂ ਦੱਸਦੇ ਵੀ 8 ਸਾਲ ਪਹਿਲਾਂ ਯੂਰੀਏ ਦਾ ਕੀ ਰੇਟ ਸੀਗਾ, ਡੀਏਪੀ ਦਾ ਕੀ ਰੇਟ ਸੀਗਾ, ਜਿਹੜੀਆਂ ਦਵਾਈਆਂ ਨੇ ਜਾਂ ਸਪਰੇਆਂ ਨੇ ਉਹਦਾ ਕੀ ਰੇਟ ਸੀਗਾ, ਤੇ ਬਾਕੀ ਜਿਹੜਾ ਖੇਤੀ ਮਸ਼ੀਨਰੀ ਆ ਉਹਨਾਂ ਦਾ 8 ਸਾਲ ਪਹਿਲਾਂ ਕੀ ਰੇਟ ਸੀ ਤੇ ਅੱਜ ਕੀ ਰੇਟ ਹੈਗਾ। ਸੋ ਇਹ ਇਹਨਾਂ ਗੱਲਾਂ ਦਾ ਕੰਪੈਰੀਜ਼ਨ ਨਹੀਂ ਕਰ ਰਹੇ, ਉਹ ਸਿਰਫ ਤੇ ਸਿਰਫ ਗਮਰਾਹ ਕਰਨ ਦੀ ਗੱਲ, ਜਿਸ ਤਰ੍ਹਾਂ ਦੋਸ਼ ਤਾਂ ਲਾ ਰਹੇ ਆ ਵੀ ਵਿਰੋਧੀ ਪਾਰਟੀਆਂ ਜਾਂ ਬਾਕੀ ਰਾਜਨੀਤਿਕ ਆਗੂ ਆ ਜਿਹੜੇ ਗਮਰਾਹ ਕਰ ਰਹੇ ਆ। ਅਸੀਂ ਜਿਹੜਾ ਹੈਗਾ ਮਤਲਬ ਸਾਡਾ ਇਰਾਦਾ ਜਿਹੜਾ ਉਹ ਗੰਗਾ ਜਲ ਵਰਗਾ ਨੇਕ ਹੈ, ਸਾਡਾ ਇਰਾਦਾ ਮਤਲਬ ਪਾਕ ਪਵਿੱਤਰ ਹੈ, ਅਸੀਂ ਬਿਲਕੁਲ ਹੀ ਕਿਸਾਨਾਂ ਦੇ ਹਿੱਤੋਂ ਆ, ਆਪਣੇ ਆਪ ਨੂੰ ਤਾਂ ਇਸ ਤਰ੍ਹਾਂ ਪੇਸ਼ ਕਰ ਰਿਹਾ। ਪਰ ਗਮਰਾਹ ਕਿਸ ਤਰ੍ਹਾਂ ਕਰ ਰਿਹਾ ਵੀ ਇੱਕ ਪਾਸੇ ਤਾਂ 8 ਸਾਲ ਪੁਰਾਣੇ ਰੇਟ ਤੇ ਉਹਨਾਂ ਦਾ ਜਿਹੜਾ ਮੁਲਾਂਕਣ ਹੈ, ਉਹਨਾਂ ਦਾ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂਗੇ ਕੰਪੈਰੀਜ਼ਨ ਆ ਉਹ ਅੱਜ ਦੇ ਰੇਟਾਂ ਦੇ ਨਾਲ ਕੀਤਾ ਜਾ ਰਿਹਾ ਹੈਗਾ। ਸੋ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਕਿਸ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਇਹ ਸਪੀਚ ਹੈ ਜਿਹੜੀ, ਇਹਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਤੁਹਾਡੇ ਸਾਹਮਣੇ ਹੈ। ਕਿਉਂਕਿ 8 ਸਾਲ ਪੁਰਾਣੇ ਰੇਟ
ਫਸਲਾਂ ਦੇ ਤੇ 8 ਸਾਲ ਪੁਰਾਣੇ ਰੇਟ ਜਿਹੜੇ ਪੈਸਟੀਸਾਈਡ ਦੇ ਜਾਂ ਜਿਹੜੇ ਫਰਟੀਲਾਈਜ਼ਰ ਦੇ ਆ ਉਹਨਾਂ ਨੂੰ ਜਦੋਂ ਬਾਅਦ ਕੇ ਦੇਖਾਂਗੇ ਤਾਂ ਇਹ ਜਿੰਨਾ ਵਾਧਾ ਘਾਟਾ ਹੋਇਆ ਉਹ ਸਾਰਾ ਜੇ ਗਿਣਦੇ ਆ ਤਾਂ ਉਹ ਤਕਰੀਬਨ ਉਸੇ ਰੇਸ਼ੋ ਦੇ ਵਿੱਚ ਹੀ ਚੱਲ ਰਿਹਾ ਹੈਗਾ। ਜਿੰਨੇ ਰੇਸ਼ੋ ਦੇ ਨਾਲ ਉਨੀ ਰੇਸ਼ੋ ਨਾਲ ਸ਼ਾਇਦ ਜਿਹੜੇ ਰੇਟ ਆ ਉਹ ਨਹੀਂ ਵਧਿਆ, ਤੇ ਜਿੰਨੀ ਰੇਸ਼ੋ ਦੇ ਨਾਲ ਇਹ ਪਿਛਲੇ ਸਮੇਂ ਦੌਰਾਨ ਜਿਹੜਾ ਆਪਾਂ ਕਹਿ ਸਕਦੇ ਹਾਂ 8 ਸਾਲਾਂ ਦੇ ਵਿੱਚ ਫਰਟੀਲਾਈਜ਼ਰ ਤੇ ਪੈਸਟੀਸਾਈਡ ਦੇ ਰੇਟ ਵਧੇ ਨੇ, ਫਸਲਾਂ ਦੇ ਉਹਨਾਂ ਜਿਹੜਾ ਜਿਣਸ ਦਾ ਰੇਟ ਆ ਉਹ ਉਸ ਤਰੀਕੇ ਦੇ ਨਾਲ ਨਹੀਂ ਵਧਿਆ। ਪਰ ਪ੍ਰਧਾਨ ਮੰਤਰੀ ਜੀ ਬੜੀ ਚਲਾਕੀ ਦੇ ਨਾਲ ਇਹਨਾਂ ਰੇਟਾਂ ਨੂੰ ਵੀ ਆਪਣੀ ਫਸਲਾਂ ਦੇ ਰੇਟਾਂ ਨੂੰ, ਇਕੱਲੇ ਫਸਲਾਂ ਦੇ ਰੇਟਾਂ ਨੂੰ ਗਿਣਾ ਕੇ ਪਿਛਲੀ ਸਰਕਾਰ ਤੇ ਅੱਜ ਦਾ ਰੇਟ, ਮਤਲਬ 8 ਸਾਲ ਪੁਰਾਣਾ ਰੇਟ ਤੇ ਅੱਜ ਦਾ ਰੇਟ, ਉਹਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਪਿਛਲੇ ਸਾਲ ਕੋਈ ਰੇਟ ਹੋਰ ਹੁੰਦਾ ਤੇ ਅੱਜ ਕੋਈ ਰੇਟ ਹੋਰ ਹੁੰਦਾ ਗਾ। ਸੋ ਇਹ ਵੀ ਇੱਕ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈਗੀ। ਤੇ ਉਹਦੇ ਨਾਲ ਇੱਕ ਹੋਰ ਤੁਹਾਨੂੰ ਕਲਿੱਪ ਸੁਣਾਉਂਦੇ ਆ ਵੀ ਉਹ ਐਗਰੀਮੈਂਟ ਤੇ ਕੀ ਕਹਿ ਰਹੇ ਨੇਗੇ। ਜਿਹੜਾ ਕੰਟਰੈਕਟ ਬੇਸ ਤੇ ਖੇਤੀ ਹੋਣੀ ਆ ਜਾਂ ਕਿਸਾਨਾਂ ਦੇ ਨਾਲ ਐਗਰੀਮੈਂਟ ਕੀਤਾ ਜਾਣਾ, ਕਿਉਂਕਿ ਇਹਦੇ ਵਿੱਚ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਾਂਗਰਸ ਦੀ ਸਰਕਾਰ ਨੂੰ ਆੜੇ ਹੱਥੀ ਲਿਆ, ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲਿਆ। ਉਹਨਾਂ ਨੇ ਪੰਜਾਬ ਦੀ ਕਾਂਗਰਸ ਦਾ ਖਾਸ ਕਰਕੇ ਜ਼ਿਕਰ ਕਰਦੇ ਹੋਏ ਕੈਪਟਨ ਸਰਕਾਰ ਦਾ ਖਾਸ ਜ਼ਿਕਰ ਕੀਤਾ ਜਾਂ ਆਪਣੇ, ਕਿਉਂਕਿ ਪੰਜਾਬ ਦੇ ਕਿਸਾਨ ਹੀ ਅੰਦੋਲਨ ਵੱਡੇ ਪੱਧਰ ਤੇ ਚਲਾ ਰਹੇ ਆ। ਸੋ ਇਸੇ ਗੱਲ ਨੂੰ ਲੈ ਕੇ ਹੀ ਜਿਹੜਾ ਪੰਜਾਬ ਦੀ ਸਰਕਾਰ ਨੂੰ ਕੋਟ ਕੀਤਾ ਗਾ, ਤੇ ਪੰਜਾਬ ਦੀ ਸਰਕਾਰ ਨੂੰ ਕੋਟ ਕਰਦੇ ਹੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਵੀ ਕੈਪਟਨ ਸਰਕਾਰ ਵੱਲੋਂ 800 ਕਰੋੜ ਰੁਪਏ ਦਾ ਐਗਰੀਮੈਂਟ ਆ ਜਿਹੜਾ ਉਹ ਕਿਸਾਨਾਂ ਤੇ ਜਿਹੜਾ ਹੈਗਾ ਕਿਸਾਨਾਂ ਤੇ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿਚਕਾਰ ਕੀਤਾ ਗਿਆ, ਉਹਦਾ ਖਾਸ ਜ਼ਿਕਰ ਕੀਤਾ ਗਾ। ਤੇ ਉਸ ਤੋਂ ਬਾਅਦ ਉਹ ਜਿਹੜੇ ਐਗਰੀਮੈਂਟ ਵਾਲਾ ਸਿਸਟਮ ਹੈ ਇਹਨੂੰ ਬੜਾ ਕਿਸਾਨਾਂ ਦੇ ਹਿੱਤ ਦੇ ਵਿੱਚ ਕਹਿ ਰਹੇ ਨੇ ਵੀ ਜਿਹੜਾ ਇਹ ਹੈਗਾ ਸਿਰਫ ਇਹ ਐਗਰੀਮੈਂਟ ਉਪਜ ਤੇ ਫਸਲ ਦਾ ਹੋਣਾ, ਜ਼ਮੀਨ ਦਾ ਨਹੀਂ। ਤੇ ਨਾਲ ਉਹ ਇਹ ਵੀ ਕਹਿ ਰਹੇ ਨੇਗੇ ਵੀ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਕਾਨੂੰਨ ਬਣਾਇਆ ਗਾ। ਪਹਿਲਾਂ ਆਪਾਂ ਸੁਣਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਨੇ। तीसरा बहुत बड़ा झूठ चल रहा है फार्मिंग एग्रीमेंट को लेकर। देश में फार्मिंग एग्रीमेंट का कोई नई चीज नहीं है। क्या कोई नया कानून बनाकर हम अचानक फार्मिंग एग्रीमेंट को लागू कर रहे हैं? जी नहीं। हमारे देश में बरसों से फार्मिंग एग्रीमेंट की व्यवस्था चल रही है। एक दो नहीं बल्कि अनेक राज्यों में पहले से फार्मिंग एग्रीमेंट होते रहे हैं। अभी किसी ने मुझे एक अखबार की रिपोर्ट भेजी 8 मार्च 2019 की। उसमें पंजाब की कांग्रेस सरकार किसानों और एक मल्टीनेशनल कंपनी के बीच 800 करोड़ रुपए के फार्मिंग एग्रीमेंट का जश्न मना रही है, इसका स्वागत कर रही है। पंजाब के मेरे किसान भाई बहनों की खेती में ज्यादा से ज्यादा निवेश हो, ये हमारी सरकार के लिए भी खुशी की बात है। साथियों, देश में फार्मिंग एग्रीमेंट से जुड़े पहले जो भी तौर तरीके चल रहे थे उसमें किसानों का बहुत जोखिम था, बहुत रिस्क था। नए कानून में हमारी सरकार ने फार्मिंग एग्रीमेंट के दौरान किसान को सुरक्षा देने के लिए कानूनी प्रावधान किए हैं। हमने तय किया है कि फार्मिंग एग्रीमेंट में सबसे बड़ा हित अगर देखा जाएगा तो वो उस किसान का देखा जाएगा। हमने कानूनन तय किया है कि किसान से एग्रीमेंट करने वाला अपनी जिम्मेदारी से भाग नहीं पाएगा। जो किसान को उसने वादा किया होगा वो स्पॉन्सर करने वाले को, वो भागीदार को उसे पूरा करना ही होगा। अगर नए किसान कानून लागू होने के बाद कितने ही उदाहरण सामने आ रहे हैं जहां किसानों ने अपने इलाके में एसडीएम से शिकायत की और शिकायत के कुछ ही दिन के भीतर किसानों को अपना बकाया मिल गया। साथियों, फार्मिंग एग्रीमेंट में सिर्फ फसलों या उपज का समझौता होता है। जमीन किसान के ही पास रहती है। एग्रीमेंट और जमीन का कोई लेना देना नहीं है।
प्राकृतिक आपदा आ जाए तो भी एग्रीमेंट के अनुसार किसान को पूरे पैसे मिलते हैं। नए कानूनों के अनुसार अगर अचानक, यानी जो एग्रीमेंट तय हुआ है, लेकिन जो स्पॉन्सरर है, जो भागीदार है, जो पूंजी लगा रहा है, और अचानक मुनाफा बढ़ गया, और किसान के कॉन्ट्रैक्ट में तो कम पैसा है लेकिन मुनाफा बढ़ गया, तो इस कानून में ऐसा प्रावधान है कि जो बढ़ा हुआ मुनाफा है, किसान को उसमें से भी कुछ हिस्सा देना पड़ेगा। साथियों, एग्रीमेंट करना है या नहीं करना है, ये कोई कंपलसरी नहीं है, ये किसान की मर्जी पर है भाई। किसान चाहेगा तो करेगा, नहीं चाहेगा तो नहीं करेगा। लेकिन कोई किसान के साथ बेईमानी न कर दे, किसान के भोलेपन का फायदा उठा न ले, इसके लिए कानून की व्यवस्था की गई है। नए कानून में जो सख्ती दिखाई गई है वो स्पॉन्सर करने वाले के लिए है, किसान के लिए नहीं है। ਹਾਂ ਦੋਸਤੋ, ਹੁਣ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਨੇ ਵੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਅਸੀਂ ਜਿਹੜਾ ਕਾਨੂੰਨ ਹੈ ਬਣਾ ਦਿੱਤਾ। ਕਿਸਾਨਾਂ ਦਾ ਹਿੱਤ ਹੈ ਜਿਹੜਾ ਉਹ ਬਹੁਤ, ਅਸੀਂ ਕਾਨੂੰਨੀ ਪੱਖ ਕਿਸਾਨਾਂ ਦਾ ਮਜ਼ਬੂਤ ਕੀਤਾ। ਸੋ ਇਹ ਕਿਹੋ ਜਿਹਾ ਕਾਨੂੰਨੀ ਪੱਖ ਮਜ਼ਬੂਤ ਕੀਤਾ ਵੀ ਕਿਸਾਨ ਅਦਾਲਤ ਦੇ ਵਿੱਚ ਤਾਂ ਜਾ ਨਹੀਂ ਸਕਦੇ। ਅਦਾਲਤ ਦੇ ਵਿੱਚ ਕਿਸਾਨ ਨੂੰ ਜਾਣਾ ਮਨਾ ਕਰਕੇ ਕਿਹੜਾ ਕਾਨੂੰਨੀ ਹੱਕ ਦਿੱਤਾ ਜਾ ਰਿਹਾ ਹੈਗਾ। ਸੋ ਇਹ ਗੱਲਾਂ ਜਿਹੜੀਆਂ ਅੱਜ ਦਾ ਮਤਲਬ ਪੂਰਾ ਭਾਸ਼ਣ ਹੈ, ਇਹ ਕਿਸ ਤਰ੍ਹਾਂ ਦਾ ਗਮਰਾਹਕੁਨ ਭਾਸ਼ਣ ਹੈ, ਔਰ ਕਮਾਲ ਦੀ ਗੱਲ ਹੈ ਵੀ ਕਿਸ ਤਰ੍ਹਾਂ ਦੇ ਤਰਕ ਹੈ ਜਿਹੜੇ ਉਹ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਦਿੱਤੇ ਗਏ ਨੇਗੇ। ਇੱਕ ਪਾਸੇ ਤਾਂ ਮਤਲਬ ਇਹ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਜਿਹੜਾ ਕਿਸਾਨ ਦਾ ਤੇ ਕੰਟਰੈਕਟਰ ਕਰਨ ਵਾਲੀ ਕੰਪਨੀ ਦਾ ਜਿਹੜਾ ਰੌਲਾ ਰੱਪਾ ਪੈਂਦਾ ਕਿਸੇ ਗੱਲ ਦੇ ਉੱਪਰ, ਤਾਂ ਉਹ ਪਹਿਲਾਂ SDM ਕੋਰਟ 'ਚ ਜਾਊਗਾ ਤੇ ਉਸ ਤੋਂ ਬਾਅਦ ਉਹ DC ਤੱਕ ਜਾ ਕੇ ਖਤਮ ਹੋਣਾ, ਪਰ ਬਿਊਰੋਕਰੇਟ ਤੱਕ ਹੀ ਰਹਿਣਾ। ਮਤਲਬ ਨਿਆਂਪਾਲਕਾਂ ਤੋਂ ਦੂਰ ਰੱਖ ਕੇ ਇਸ ਮਾਮਲੇ ਨੂੰ ਜਿਹੜੇ ਇਹ ਐਗਰੀਮੈਂਟ ਹੋਣਗੇ ਕਿਸਾਨਾਂ ਦੇ ਨਾਲ, ਇਹਨਾਂ ਨੂੰ ਨਿਆਂਪਾਲਕਾਂ ਦੇ ਵਿੱਚ ਤੋਂ ਜਾਣ ਤੋਂ ਤਾਂ ਮਨਾ ਕਰ ਦਿੱਤਾ ਗਿਆ ਤੇ ਕਿਹਾ ਇਹ ਜਾ ਰਿਹਾ ਹੈ ਵੀ ਅਸੀਂ ਜਿਹੜਾ ਕਾਨੂੰਨੀ ਪੱਖ ਮਜ਼ਬੂਤ ਕਰਦੇ ਹਾਂ। ਕਿਸਾਨ ਨੂੰ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਹਦੇ ਨਾਲ ਕਾਨੂੰਨੀ ਪੱਖ ਆ ਮਜ਼ਬੂਤ ਹੋ ਰਿਹਾ। ਬਹੁਤ ਕੁਝ ਅਸੀਂ ਕਿਸਾਨ ਦੇ ਹੱਥ ਮਜ਼ਬੂਤ ਕੀਤੇ ਨੇ ਇਸ ਐਗਰੀਮੈਂਟ ਦੇ ਵਿੱਚ। ਸੋ ਕਮਾਲ ਦੀ ਗੱਲ ਹੈ, ਇਹਨੂੰ ਸੋਚਣਾ ਬਣਦਾ ਵੀ ਅਦਾਲਤ ਤੋਂ ਬਾਹਰ ਰੱਖਿਆ ਜਾ ਰਿਹਾ ਔਰ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਵੀ ਉਹਨੂੰ ਅਸੀਂ ਕਾਨੂੰਨੀ ਪੱਖ ਨਿਆਂ ਦਿੱਤਾ ਜਾ ਰਿਹਾ। ਨਿਆਂਪਾਲਕਾਂ ਦੇ ਵਿੱਚ ਜਾਏ ਤੋਂ ਬਿਨਾਂ ਕਿਸ ਤਰ੍ਹਾਂ ਨਿਆਂ ਮਿਲੂਗਾ, ਸੋ ਇਹ ਸਮਝੋ ਬਾਹਰ ਹੈ। ਸੋ ਦੋਸਤੋ, ਅੱਜ ਦਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਹੈਗਾ, ਚਾਹੇ ਇਹ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ, ਪਰ ਸਿੱਧਾ ਜਿਹੜਾ ਸੰਬੋਧਨ ਆ ਉਹ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ, ਐਜੀਟੇਸ਼ਨ ਕਰ ਰਹੇ ਕਿਸਾਨਾਂ ਨੂੰ ਹੀ ਕੀਤਾ ਗਿਆ ਗਾ। ਪਰ ਇਹ ਵੀ ਕਮਾਲ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਦੇ ਗੁਜਰਾਤ 'ਚ ਜਾ ਕੇ ਕੱਛ ਦੇ ਵਿੱਚ ਰਹਿਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਨਾਲ ਮੀਟਿੰਗਾਂ ਕਰਦੇ ਆ, ਕਦੇ ਮੱਧ ਪ੍ਰਦੇਸ਼ ਦੇ, ਜਦੋਂ ਕਿ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਖੁਦ ਉੱਥੇ ਉਹਨਾਂ ਨੂੰ ਸੰਬੋਧਨ ਕਿਉਂ ਨਹੀਂ ਕਰਦੇ, ਉਹਨਾਂ ਨਾਲ ਸੰਵਾਦ ਕਿਉਂ ਨਹੀਂ ਰਚਾਉਂਦੇ ਹੈਗੇ, ਉਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਖੁਦ ਪ੍ਰਧਾਨ ਮੰਤਰੀ ਅੱਗੇ ਕਿਉਂ ਨਹੀਂ ਆਉਂਦੇ। ਜੇ ਇੰਨੀਆਂ ਵਧੀਆ ਜਿਹੜੀਆਂ ਗੱਲਾਂ ਅੱਜ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇਗੇ ਵੀ ਇਹ ਕਾਨੂੰਨ ਇੰਨੇ ਵਧੀਆ ਹੱਕ 'ਚ ਹੈ, ਤਾਂ ਫਿਰ ਉਹ ਕਿਸਾਨ ਆਗੂਆਂ ਨੂੰ ਕਿਉਂ ਨਹੀਂ ਸਮਝਾਉਂਦੇ ਹੈਗੇ। ਸੋ ਅੱਜ ਦਾ ਜਿਹੜਾ ਭਾਸ਼ਣ ਹੈ ਉਹ ਪੂਰੀ ਤਰ੍ਹਾਂ ਸਰਕਾਰ ਦਾ, ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਹੈ, ਪੂਰੀ ਤਰ੍ਹਾਂ ਸਰਕਾਰ ਦੇ ਉਸ ਚਿਹਰੇ ਨੂੰ ਨੰਗਾ ਕਰ ਰਿਹਾ ਵੀ ਕਿਸ ਤਰ੍ਹਾਂ ਦਾ ਭੰਬਲ ਭੂਸਾ ਪਾ ਕੇ ਸਰਕਾਰ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਸੋ ਤੁਸੀਂ ਜੁੜੇ ਰਹੋ ASP TV ਨਾਲ, ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ ਇਸ ਮਾਮਲੇ ਦੇ ਉੱਪਰ। ਤੋਂ ਹੁਣ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।